ਜਿਹੜੀ ਬੇਅਦਬੀ ਤੇ ਸੈੱਟ ਬਣਾਈ ਜਾਂਦੀ ਆ, ਬੇਅਦਬੀ ਤੋਂ ਹੀ ਸ਼ੁਰੂ ਹੁੰਦਾ ਕੇਸ, ਬੇਅਦਬੀ ਤੋਂ ਹੀ ਧਰਨੇ ਲੱਗਦੇ ਆ, ਬੇਅਦਬੀ ਤੋਂ ਹੀ ਗੋਲੀ ਚੱਲਦੀ ਆ। ਪੁਲਿਸ ਕੋਲੇ ਅੱਜ ਤੱਕ ਇੱਕ ਵੀ ਐਵੀਡੈਂਸ ਇਦਾਂ ਦਾ ਨਹੀਂ ਆ, ਪੁਲਿਸ ਕੋਲੇ ਅੱਜ ਤੱਕ ਇਦਾਂ ਦੀ ਇੱਕ ਵੀ ਜਿਮਨੀ ਨਹੀਂ ਹੈ ਜਿਹਦੇ ਵਿੱਚ ਉਹਨਾਂ ਨੇ ਸੁਰਿੰਦਰਪਾਲ ਤੋਂ ਪੁੱਛਗਿੱਛ ਕੀਤੀ ਹੋਵੇ। ਦੋ ਬੰਦਿਆਂ ਦਾ ਮਰਡਰ ਹੋ ਜਾਂਦਾ, ਸ਼ਰੇਆਮ ਉੱਥੇ ਪੁਲਿਸ ਵਾਲੇ ਗੋਲੀਆਂ ਚਲਾ ਰਹੇ ਆ, ਕੈਮਰਿਆਂ ਦੇ ਵਿੱਚ ਆ ਰਹੇ ਆ, ਤਾਂ ਉਹਨਾਂ ਤੇ ਜਾਂਚ ਨਹੀਂ ਹੋ ਰਹੀ। ਵੀਡੀਓ ਹੈਗੀ ਹੈ ਤਾਂ ਫਿਰ ਜਾਂਚ ਦੀ ਕੀ ਲੋੜ ਆ? ਸਿੱਧੀ ਕੋਰਟ ਦੇ ਅੱਗੇ ਵੀਡੀਓ ਕਿਉਂ ਨਹੀਂ ਰੱਖੀ ਗਈ? ਕਲਾਂ ਦੇ ਵਿੱਚ ਧਰਨਾ ਲੱਗਾ ਸੀ, ਕੁਝ ਕਾਂਗਰਸੀ ਲੀਡਰ ਉੱਥੇ ਪਹੁੰਚੇ ਸੀ ਜਿਨ੍ਹਾਂ ਨੇ ਭਰੋਸਾ ਦਿੱਤਾ ਸੀ ਕਿ ਅਸੀਂ ਇਨਸਾਫ ਦਿਵਾਵਾਂਗੇ, ਧਰਨਾ ਚੁੱਕ ਦਿੱਤਾ। ਉਹਨਾਂ ਨੂੰ ਅੱਜ ਆਪਦੀ ਕੁਰਸੀ ਤੇ ਭਰੋਸਾ ਨਹੀਂ ਰਿਹਾ, ਉਹਨਾਂ ਦੇ ਭਰੋਸੇ ਤੇ ਅਸੀਂ ਕੀ ਯਕੀਨ ਕਰੀਏ? ਉਹਨਾਂ ਦੀ ਆਪਦੀ ਕੁਰਸੀ ਖਿਸਕਦੀ ਨਜ਼ਰ ਆਉਂਦੀ ਆ। ਇਹਨਾਂ ਰਾਜਨੀਤਿਕ ਬੰਦਿਆਂ ਦੇ ਭਰੋਸੇ ਦੀ ਗੱਲ ਕਰਦੇ ਹੋ ਤਾਂ ਕਿਸੇ ਤੇ ਨਹੀਂ ਰਹੂਗਾ, ਕਿਉਂਕਿ ਜਿਹੜੀ ਸਰਕਾਰ ਹੀ ਇਸ ਮੁੱਦੇ ਨੂੰ ਲੈ ਕੇ ਬਣੀ ਆ, ਉਹਨਾਂ ਨੇ ਨਹੀਂ ਆਪਣਾ ਮੁੱਦਾ ਸੰਜੀਦਗੀ ਨਾਲ ਸਮਝਿਆ, ਤੇ ਆਉਣ ਵਾਲਿਆਂ ਤੋਂ ਆਪਾਂ ਕੀ ਆਸ ਰੱਖ ਸਕਦੇ ਹਾਂ? ਪਰ ਸਾਡੇ ਲਈ ਲੜਾਈ, ਸਾਨੂੰ ਕੁਰਸੀ ਨਹੀਂ ਚਾਹੀਦੀ, ਸਾਡੇ ਲਈ ਸਾਨੂੰ ਇਨਸਾਫ ਚਾਹੀਦਾ। ਸਕਾਈ ਨਿਊਜ਼ ਪੰਜਾਬ ਤੁਸੀਂ ਦੇਖ ਰਹੇ ਹੋ, ਮੈਂ ਜਗਤਾਰ ਮਾਲਾ। ਬਾਈਬਲ ਕਲਾਂ ਗੋਲੀ ਕਾਂਡ ਦੇ ਵਿੱਚ ਸੁਖਰਾਜ ਸਿੰਘ ਦੇ ਪਿਤਾ ਕ੍ਰਿਸ਼ਨ ਭਗਵਾਨ ਸਿੰਘ ਜੀ ਸ਼ਹੀਦ ਹੁੰਦੇ ਨੇ। ਲਗਾਤਾਰ ਹੀ ਐਸਆਈਟੀਆਂ ਜਾਂਚ ਕਰਦੀਆਂ ਨੇ, ਪਰ ਐਸਆਈਟੀ ਜਿਹੜੀ ਆ ਉਹ ਕਿਤੇ ਨਾ ਕਿਤੇ ਰਿਪੋਰਟ ਜਿਹੜੀ ਆ ਹਾਈ ਕੋਰਟ ਖਾਰਜ ਕਰ ਦਿੰਦਾ ਆ। ਲਗਾਤਾਰ ਹੀ ਇਨਸਾਫ ਦੀ ਮੰਗ ਕਰ ਰਹੇ ਨੇ। ਸਾਡੇ ਨਾਲ ਨਹੀਂ ਗੱਲਬਾਤ ਕਰਾਂਗੇ। ਕੀ ਕਹਿਣਾ ਚਾਹੋਗੇ ਸੁਖਰਾਜ ਜੀ? ਲਗਾਤਾਰ ਹੀ ਤੁਸੀਂ ਇਨਸਾਫ ਦੀ ਮੰਗ ਕਰ ਰਹੇ ਹੋ, ਪ੍ਰੈਸ ਕਾਨਫਰੰਸ ਵੀ ਕਰ ਰਹੇ ਹੋ, ਵੱਖ-ਵੱਖ ਜਿਹੜੇ ਅਫਸਰ ਹੈਗੇ ਨੇ ਜਾਂਚ ਵੀ ਕਰ ਰਹੀ ਹੈ, ਇਨਸਾਫ ਨਹੀਂ ਮਿਲ ਰਿਹਾ ਤੁਹਾਨੂੰ। ਦੇਖੋ ਬਾਈ ਜੀ, ਪਹਿਲਾਂ ਤਾਂ ਸਭ ਤੋਂ ਵੱਡੀ ਸਰਕਾਰ ਦੀ ਨਾਕਾਮੀ ਹੈ। 2017 ਦੇ ਵਿੱਚ ਮੁੱਦਾ ਵਿਧਾਨ ਸਭਾ ਦੀਆਂ ਵੋਟਾਂ ਦੇ ਵਿੱਚ ਉੱਠਿਆ, ਸਰਕਾਰ ਇਸ ਮੁੱਦੇ ਤੇ ਬਣਦੀ ਆ ਤੇ ਸਰਕਾਰ ਇਸ ਮੁੱਦੇ ਤੋਂ ਹੀ ਭੱਜਦੀ ਨਜ਼ਰ ਆਉਂਦੀ ਹੈ ਤੇ ਇਹਦਾ ਇਨਸਾਫ ਦੇਣ ਦੇ ਲਈ ਸੰਜੀਦਗੀ ਨਹੀਂ ਦਿਖਾਉਂਦੀ ਆ। ਤਾਂ ਉਹਨਾਂ ਦੀ ਕਮੀ ਇਹ ਆ ਵੀ ਸਰਕਾਰ ਜਿਹੜੇ ਮੁੱਦੇ ਨੂੰ ਲੈ ਕੇ ਬਣਾਈ ਆ ਤੇ ਉਹਦਾ ਸਾਨੂੰ ਇਨਸਾਫ ਜਿਹੜਾ ਮਹੀਨਿਆਂ ਬੱਧੀ ਮਿਲਣਾ ਚਾਹੀਦਾ ਸੀ। 2.5 ਸਾਲ 3 ਸਾਲ 4 ਸਾਲ ਬੀਤਦੇ, 4.5 ਸਾਲ ਦਾ ਸਮਾਂ ਬੀਤ ਗਿਆ, ਸਾਨੂੰ ਉਹਦਾ ਇਨਸਾਫ ਨਹੀਂ ਮਿਲਿਆ ਤੇ ਦਰ ਅਸੀਂ ਭਟਕ ਰਹੇ ਹਾਂ। ਦੂਸਰੀ ਇਹ ਆ ਵੀ ਜਿਹੜੇ ਉਹਦੇ 'ਚ ਪਹਿਲਾਂ ਉਹੀ ਸੀਐਮ ਸੀਬੀਆਈ ਨੂੰ ਕੇਸ ਦੇਣ ਦੀ ਮੰਗ ਕਰਦਾ, ਅੱਜ ਉਹਦੇ ਜਵਾਬ ਆ ਵੀ 3.5 ਸਾਲ ਵਿੱਚ ਦੀ ਅਸੀਂ ਸੀਬੀਆਈ ਤੋਂ ਵਾਪਸ ਲਿਆ। ਸੋ ਇਹ ਗੱਲਾਂ ਸਾਰੀਆਂ ਕੇਸ ਨੂੰ ਲਮਕਾਉਂਦੀਆਂ। ਬੇਅਦਬੀ ਸਾਡੇ ਕੇਸ ਦੀਆਂ ਜੜ੍ਹਾਂ, ਬੇਅਦਬੀ ਆ ਜਿਹੜਾ ਕੇਸ ਆ, ਬੇਅਦਬੀ ਹੋਈ, ਬੇਅਦਬੀ ਤੇ ਇਨਵੈਸਟੀਗੇਸ਼ਨ ਕਰਤਾ ਅਫਸਰ ਦੇ ਇੰਨੇ ਕੁ ਲੂਜ਼ ਪੋਲ ਛੱਡੇ ਗਏ ਆ। ਉਹ 5 ਬੰਦਿਆਂ ਤੇ ਜਾਂਚ ਘਮਾਈ ਜਾਂਦੀ ਆ, ਫਲਾਣੇ ਬੇਅਦਬੀ ਕੀਤੀ, ਉਹਨਾਂ ਤੋਂ ਅੱਜ ਤਾਈਂ ਇਹ ਨਹੀਂ ਸਾਬਤ ਹੋ ਸਕਿਆ। ਹੁਣ ਵਾਲੀ ਟੀਮ ਦੀ ਗੱਲ ਕਰਕੇ ਪਹਿਲੀ ਟੀਮ ਦੀ ਗੱਲ ਕਰ, ਮੈਂ ਸਟਾਰਟਿੰਗ ਦੀ ਗੱਲ ਕਰ ਰਿਹਾ। ਜਿਹੜੀ ਬੇਅਦਬੀ ਤੇ ਸੈੱਟ ਬਣਾਈ ਜਾਂਦੀ ਆ, ਬੇਅਦਬੀ ਤੋਂ ਹੀ ਸ਼ੁਰੂ ਹੁੰਦਾ ਕੇਸ, ਬੇਅਦਬੀ ਤੋਂ ਹੀ ਧਰਨੇ ਲੱਗਦੇ ਆ, ਬੇਅਦਬੀ ਤੋਂ ਹੀ ਗੋਲੀ ਚੱਲਦੀ ਆ। ਬੇਅਦਬੀ ਦੀ ਸਾਨੂੰ ਜਾਂਚ ਨਹੀਂ ਮਿਲੀ, ਉਹ 5 ਬੰਦਿਆਂ ਤੇ ਜਾਂਚ ਘਮਾਈ ਜਾਂਦੀ ਆ, ਪੋਸਟਰ ਬਣਾਏ ਜਾਂਦੇ, ਅੱਜ ਤੱਕ ਉਹਨਾਂ ਤੋਂ ਇਹ ਨਹੀਂ ਪਤਾ ਲੱਗਿਆ ਵੀ ਪੋਸਟਰ ਕਿਹੜੇ ਬੰਦੇ ਨੇ ਲਿਖਿਆ ਤੇ ਕਿਹੜੇ ਨੇ ਲਵਾਇਆ। ਉਹ 5 ਬੰਦਿਆਂ ਦੇ ਬਿਆਨ ਤੁਹਾਨੂੰ ਮੈਂ ਦੇ ਦੂੰਗਾ, ਪੜ੍ਹ ਕੇ ਦੇਖਿਓ ਤਾਂ ਸੇਮ ਬਿਆਨ ਆ। ਉਹ ਦੱਸ ਰਹੇ ਆ ਕਿ ਜਿਹੜਾ ਸਰੂਪ ਚੋਰੀ ਹੋਣ ਤੋਂ ਬਾਅਦ, ਅੰਗ ਖਿਲਾਰਨ ਤੋਂ ਬਾਅਦ ਮਹਿੰਦਰਪਾਲ ਬਿੱਟੂ ਆਪਣੇ ਬਿਆਨ ਦੇ ਵਿੱਚ ਲਿਖ ਰਿਹਾ ਕਿ ਉਹਨੇ ਆਪਣੇ ਭਰਾ ਨੂੰ ਦਿੱਤਾ ਸੁਰਿੰਦਰਪਾਲ ਨੂੰ, ਤੇ ਉਹ ਪੁਲਿਸ ਕੋਲੇ ਅੱਜ ਤੱਕ ਇੱਕ ਵੀ ਐਵੀਡੈਂਸ ਇਦਾਂ ਦਾ ਨਹੀਂ ਆ। ਪੁਲਿਸ ਕੋਲੇ ਅੱਜ ਤੱਕ ਇਦਾਂ ਦੀ ਇੱਕ ਵੀ ਜਿਮਨੀ ਨਹੀਂ ਹੈ ਜਿਹਦੇ ਵਿੱਚ ਉਹਨਾਂ ਨੇ ਸੁਰਿੰਦਰਪਾਲ ਤੋਂ ਪੁੱਛਗਿੱਛ ਕੀਤੀ ਹੋਵੇ। ਸੋ ਜਾਂਚ ਅਸੀਂ ਚਾਹੁੰਦੇ ਆ ਵੀ ਇਨਸਾਫ ਲੈਣਾ। ਜਾਂਚ ਸਾਡੀ 5 ਬੰਦਿਆਂ ਤੇ ਘਮਾਈ ਜਾਂਦੀ ਆ। ਉਹ ਦੱਸ ਰਹੇ ਆ ਕਿ ਅੱਗੇ ਇਸ ਤੋਂ ਬਾਅਦ ਜਾਂਚ ਇੱਧਰ ਜਾਣੀ ਚਾਹੀਦੀ ਆ, ਉੱਧਰ ਜਾਂਚ ਨਹੀਂ ਜਾਂਦੀ। ਉਸੇ ਤਰ੍ਹਾਂ ਹੀ ਗੋਲੀ ਕਾਂਡ ਆ, 4.5 ਸਾਲ ਦਾ ਸਮਾਂ ਬੀਤ ਚੁੱਕਿਆ, ਸਰਕਾਰ ਬਣੀ ਨੂੰ 6 ਸਾਲ ਹੋ ਚੱਲੇ ਆ। 15 'ਚ ਗੋਲੀ ਕਾਂਡ ਹੁੰਦਾ ਤੇ ਅੱਜ 21-22 ਦੀਆਂ ਫਿਰ ਇਲੈਕਸ਼ਨ ਆਉਣ ਵਾਲੀਆਂ, ਉਹਨਾਂ ਦਾ ਇਨਸਾਫ ਨਹੀਂ। 2 ਬੰਦਿਆਂ ਦਾ ਮਰਡਰ ਹੋ ਜਾਂਦਾ, ਸ਼ਰੇਆਮ ਉੱਥੇ ਪੁਲਿਸ ਵਾਲੇ ਗੋਲੀਆਂ ਚਲਾ ਰਹੇ ਆ, ਕੈਮਰਿਆਂ ਦੇ ਵਿੱਚ ਆ ਰਹੇ ਆ, ਤਾਂ ਉਹਨਾਂ ਤੇ ਜਾਂਚ ਨਹੀਂ ਹੋ ਰਹੀ। ਅੱਜ ਉਹ ਬਾਹਰ ਘੁੰਮ ਰਹੇ ਆ, ਇਨਵੈਸਟੀਗੇਸ਼ਨ ਹਾਈ ਕੋਰਟ ਤੋਂ ਖਾਰਜ ਹੋ ਰਹੀਆਂ। ਵੀਡੀਓ ਹੈਗੀ ਹੈ ਤਾਂ ਫਿਰ ਜਾਂਚ ਦੀ ਕੀ ਲੋੜ ਆ? ਸਿੱਧੀ ਕੋਰਟ ਦੇ ਅੱਗੇ ਵੀਡੀਓ ਕਿਉਂ ਨਹੀਂ ਰੱਖੀ ਗਈ? ਕੋਰਟ 'ਚ ਵੀਡੀਓ ਰੱਖੀ ਗਈ ਆ। ਦੇਖੋ, ਜਾਂਚ ਇਹ ਇੱਕ ਵੇ ਬਣਦਾ, ਕਾਨੂੰਨੀ ਪ੍ਰਕਿਰਿਆ ਬਣਦੀ ਆ ਵੀ ਉਹਨੂੰ ਪਰੋਇਆ ਜਾਂਦਾ, ਫਿਰ ਜੱਜ ਦੇ ਸਾਹਮਣੇ ਰੱਖਿਆ ਜਾਂਦਾ। ਸੋ ਉੱਥੇ ਕਮੀਆਂ ਆ ਰਹੀਆਂ, ਉਹ ਕਮੀਆਂ ਅੱਜ ਸਾਡੇ 'ਚ ਸਾਨੂੰ ਦਿਖ ਰਹੀਆਂ, ਪੈ ਰਹੀਆਂ ਦੇਖਣੀਆਂ। ਸਾਨੂੰ ਉਹਦਾ ਖਮਾਜਾ ਭੁਗਤਣਾ ਪੈ ਰਿਹਾ ਕਿ ਦੋਸ਼ੀ ਜੇਲ੍ਹਾਂ ਤੋਂ ਬਾਹਰ ਫਿਰਦੇ ਆ, ਜਿਨ੍ਹਾਂ ਦੀ ਅਸਲ ਜਗ੍ਹਾ ਜੇਲ੍ਹਾਂ ਸੀਗੀ, ਸਜ਼ਾਵਾਂ ਸੀਗੀਆਂ, ਉਹ ਸ਼ਰੇਆਮ ਖੁੱਲ੍ਹੇ ਪੁੱਤਰੇ ਫਿਰਦੇ ਆ। ਸੋ ਹੁਣ ਵੀ ਪਿੱਛੇ ਜੇ ਨਵੀਂ ਸੈੱਟ ਬਣਾਈ ਆ, ਨਵੀਂ ਸੱਟਾਂ ਲੱਖ। ਪਹਿਲੀ ਜਿਹੜੀ ਸੀ ਜਾਂਚ ਆਈਜੀ ਕੁਵਰ ਵਿਜੇ ਪ੍ਰਤਾਪ ਕਰ ਰਹੇ ਸੀ, ਉਸ ਦੇ ਵਿੱਚ ਕਿੰਨੀ ਕੁ ਸੱਚਾਈ ਆ? ਹਾਈ ਕੋਰਟ ਨੇ ਉਹ ਰਿਪੋਰਟ ਜਿਹੜੀ ਸੀ ਖਾਰਜ ਵੀ ਕਰ ਦਿੱਤੀ। ਦੇਖੋ, ਜੋ ਹਾਈ ਕੋਰਟ ਨੇ ਜੱਜਮੈਂਟ ਦਿੱਤੀ ਆ, ਉਹ ਇੱਕ ਐਜ਼ ਏ ਪੋਲੀਟੀਸ਼ੀਅਨ ਤੇ ਦਿੱਤੀ ਸੀ, ਪਰ ਉਸ ਟਾਈਮ ਉਹ ਆਈਜੀ ਸੀ, ਇੱਕ ਆਫੀਸਰ ਸੀਗੇ, ਤੇ ਪਰ ਅੱਜ ਉਹੀ ਆਫੀਸਰ ਇੱਕ ਸਿਆਸਤਦਾਨ ਬਣੇ ਹੋਏ ਆ, ਤਾਂ ਜੱਜਮੈਂਟ ਉਹ ਸਿਆਸਤਦਾਨ ਤੇ ਆ। ਸੋ ਕਿਤੇ ਨਾ ਕਿਤੇ ਜੱਜਮੈਂਟ ਉਹਦੇ ਨਾਲ ਮੈਚ ਕਰ ਰਹੀ ਆ ਇਨਵੈਸਟੀਗੇਸ਼ਨ ਦੇ ਆਧਾਰ ਤੇ। ਦੂਸਰੀ ਗੱਲ, ਉਹ ਖੁਦ ਕਹਿ ਰਹੇ ਆ। ਤੁਸੀਂ ਸਵਾਲ ਚੁੱਕ ਰਹੇ ਹੋ, ਲੱਗਦਾ ਕਿ ਮੈਨੂੰ ਆਈਜੀ ਕੁਵਰ ਵਿਜੇ ਪ੍ਰਤਾਪ ਤੇ। ਨਹੀਂ, ਉਹ ਖੁਦ ਕਹਿ ਰਹੇ ਆ ਵੀ ਲੜਾਈ ਕੁਰਸੀ ਦੀ ਰਹਿ ਗਈ। ਮੈਂ ਨਹੀਂ ਚੁੱਕ ਰਿਹਾ। ਉਹਨਾਂ ਨੇ ਆਪਣੀ ਇੰਟਰਵਿਊ ਦੇ ਵਿੱਚ ਵੀ ਕਿਹਾ ਕਿ ਇਹ ਲੜਾਈ ਇਨਸਾਫ ਦੀ ਨਹੀਂ, ਹੁਣ ਕੁਰਸੀ ਦੀ ਲੜਾਈ ਬਣ ਚੁੱਕੀ ਆ। ਜਾਂਚ ਜਿਹੜੀ ਉਹਨਾਂ ਤੁਹਾਨੂੰ ਲੱਗਦਾ ਕੁਰਸੀ ਦੀ ਖਾਤਰ ਕੀਤੀ ਆ? ਦੇਖੋ,
ਉਹਨਾਂ ਦਾ ਖੁਦ ਜਵਾਬ ਆ ਗਿਆ ਨਾ ਇਹ ਗੱਲ ਤੇ। ਉਹ ਕਹਿ ਰਹੇ ਵੀ ਇਹ ਜਾਂਚ ਆ ਜਾਂ ਇਨਸਾਫ ਆ, ਜਿਹੜਾ ਉਹ ਲੜਾਈ ਸਾਡੀ ਅੱਜ ਕੁਰਸੀ ਦੀ ਬਣ ਗਈ ਆ, ਪਰ ਸਾਡੇ ਲਈ ਲੜਾਈ ਸਾਨੂੰ ਕੁਰਸੀ ਨਹੀਂ ਚਾਹੀਦੀ, ਸਾਡੇ ਲਈ ਸਾਨੂੰ ਇਨਸਾਫ ਚਾਹੀਦਾ। ਜੋ 6 ਸਾਲ ਤੋਂ ਮੇਰੇ ਬਾਪ ਦੇ ਨਾਲ ਹੋਇਆ, ਸਾਡੇ ਗੁਰੂ ਦੇ ਨਾਲ ਹੋਇਆ, ਪਹਿਲਾਂ ਬੇਅਦਬੀ ਹੋਈ ਆ, ਸਾਨੂੰ ਉਹਦਾ ਇਨਸਾਫ ਚਾਹੀਦਾ। ਸਰਕਾਰਾਂ ਹੁੰਦੀਆਂ ਜਾਂਦੀਆਂ ਰਹਿੰਦੀਆਂ, ਪਰ ਸਾਡੀਆਂ ਭਾਵਨਾਵਾਂ ਜੋ ਬੇਅਦਬੀ ਇੱਕ ਵਾਰ ਨਹੀਂ 400 ਤੋਂ ਵੱਧ ਵਾਰ ਪੰਜਾਬ ਦੇ ਵਿੱਚ ਹੋ ਚੁੱਕੀ ਆ। ਜਿਹੜੇ ਰਾਜ ਦੇ ਵਿੱਚ ਹੋਈ ਉਹਨੂੰ ਲੋਕਾਂ ਨੇ ਲਾਂਭੇ ਕਰਤਾ, ਸਜ਼ਾ ਦੇਤੀ, ਕਿਉਂਕਿ ਉਹਨਾਂ ਨੂੰ ਵੋਟਾਂ ਪਾ ਕੇ, ਲੋਕਾਂ ਦੀ ਕਚਹਿਰੀ ਬਹੁਤ ਵੱਡੀ ਆ, ਉਹਨਾਂ ਨੇ ਵੋਟਾਂ ਪਾ ਕੇ ਉਹਨਾਂ ਨੂੰ ਲਾਂਭੇ ਕਰਤਾ। ਪਰ ਹੁਣ ਵਾਲੀ ਸਰਕਾਰ ਦਾ ਉਹਨਾਂ ਨਾਲੋਂ ਮਾੜਾ ਹਸ਼ਰ ਇਸ ਕਰਕੇ ਹੋਣਾ ਹੈ ਕਿਉਂਕਿ ਇਹਨਾਂ ਨੇ ਸਾਰੇ ਸਾਲ ਇਸ ਤੇ ਰਾਜਨੀਤੀ ਕੀਤੀ ਆ। ਇਹ ਸਰਕਾਰ ਇਸ ਮੁੱਦੇ ਨੂੰ ਲੈ ਕੇ ਬਣਾਈ ਗਈ, ਉਸ ਮੁੱਦੇ ਤੋਂ ਮੁਨਕਰ ਹੁੰਦੀ ਨਜ਼ਰ ਆਈ ਆ ਤੇ ਵੋਟਾਂ ਲੈਣ ਦੇ ਲਈ ਹੁਣ ਵੀ ਲੀਡਰ ਆ ਜਿਹੜੇ ਭਰੋਸਾ ਜਤਾਉਂਦੇ ਹੋ ਆਈਜੀ ਕੁੰਵਰ ਵਿਜੇ ਪ੍ਰਤਾਪ ਵੀ ਬਹੁਤ ਵਧੀਆ ਜਿਹੜੇ ਆ ਅਫਸਰ ਨੇ, ਬੜੀ ਤਰੀਕੇ ਨਾਲ ਜਾਂਚ ਕਰ ਰਹੇ। ਸਾਡੇ ਹੀ ਚੈਨਲ ਤੇ ਤੁਸੀਂ ਤਾਰੀਫਾਂ ਕੀਤੀਆਂ ਸਨ। ਦੇਖੋ ਜੀ, ਜਾਂਚ ਤੇ ਕੋਈ ਕਿੰਤੂ ਨਹੀਂ, ਕਿਉਂਕਿ ਜਿਹੜੇ ਮਤਲਬ ਜਿੰਨਾ ਕੁ ਉਹਨਾਂ ਨੇ ਕੀਤਾ ਇਨਵੈਸਟੀਗੇਸ਼ਨ ਜਿਹੜੀ ਜਾਂਚ ਸਹੀ ਕੀਤੀ ਸੀ, ਫਿਰ ਖਾਰਜ ਕਿਉਂ ਕੀਤੀ ਹਾਈ ਕੋਰਟ? ਦੇਖੋ, ਜਿਹੜੀ ਬਾਈਬਲ ਗੋਲੀकांड ਦੀ ਜਾਂਚ ਹੋਈ ਆ, ਉਹਦੇ ਵਿੱਚ ਜਿਹੜੇ ਚਲਾਨ ਹੋਏ ਆ ਉਹ ਅੱਜ ਵੀ ਸਟੇਬਲ ਪਏ ਆ। ਉਹ ਚਾਰਜਸ ਤੇ ਕੇਸ ਖੜਾ ਕੋਟਕਪੂਰੇ ਦੇ ਵਿੱਚ ਹੋਈ ਆ। ਕੋਟਕਪੂਰੇ ਦੇ ਮੈਂ ਵਿਕਟਮ ਨਹੀਂ ਆ, ਮੈਂ ਕੋਟਕਪੂਰੇ ਦੇ ਜਵਾਬ ਦੇ ਜਾਂ ਕੋਟਕਪੂਰੇ ਦੀ ਜਾਂਚ ਆ, ਜਿਹੜੇ ਲੂਸਪੋਲ ਛੱਡੇ ਗਏ ਆ, ਜਿਹੜੇ ਜੱਜ ਨੇ ਲਿਖੇ ਆ, ਉਹ ਕੋਟਕਪੂਰੇ ਨੂੰ ਆਧਾਰਿਤ ਲਿਖਿਆ। ਬਾਈਬਲ ਦੀ ਹਜੇ ਕੋਈ ਇਦਾਂ ਦੀ ਜੱਜਮੈਂਟ ਨਹੀਂ ਆਈ ਆ। ਬਾਈਬਲ ਦੀ ਜਾਂਚ ਕੰਪਲੀਟ ਹੋ ਚੁੱਕੀ ਆ, ਚਲਾਨ ਹੋ ਚੁੱਕੇ ਆ, ਉਹਦੇ ਚਾਰਜਸ ਲੱਗਣੇ ਬਾਕੀ ਆ, ਉਹ ਡਿਲੇ ਹੋ ਰਹੇ ਆ। ਮੇਰੀ ਸਰਕਾਰ ਨੂੰ ਇਹੀ ਰਿਕਵੈਸਟ ਆ ਵੀ ਉਹਦੇ ਚਾਰਜਸ ਲਗਾਏ ਜਾਣ ਤਾਂ ਜੋ ਦੋਸ਼ੀ ਆ ਜਿਹੜੇ ਉਹਨਾਂ ਨੂੰ ਸਖਤ ਸਜ਼ਾਵਾਂ ਤਹਿਤ ਜੇਲ੍ਹਾਂ ਦੇ ਵਿੱਚ ਸੁੱਟਿਆ ਜਾਵੇ। ਜਿਹੜੀ ਖਾਰਜ ਹੋਈ ਆ ਕੋਟਕਪੂਰੇ ਦੀ ਹੋਈ ਆ, ਉਹਦੇ ਵਿੱਚ ਜਿਹੜੇ ਜੱਜਮੈਂਟ ਆਈ ਆ, ਉਹ ਜਾਂ ਤਾਂ ਕੁੰਵਰ ਵਿਜੇ ਪ੍ਰਤਾਪ ਹੁਣੀ ਦੱਸ ਸਕਦੇ ਆ ਕਿ ਉਹਨਾਂ ਦੀ ਜਿਹੜੀ ਜਾਂਚ ਆ ਉਹ ਸਹੀ ਹੈ, ਜਾਂ ਉਹਨਾਂ ਦੇ ਜਿਹੜੇ ਲੂਸਪੋਲ ਛੱਡੇ ਗਿਆ ਕੋਟਕਪੂਰੇ ਦੇ ਆਧਾਰਿਤ, ਜਿਵੇਂ ਜੱਜ ਨੇ ਲਿਖਿਆ ਕਿ ਉਹ ਉਹਨਾਂ ਨੂੰ ਚੈਲੰਜ, ਕਿਉਂਕਿ ਉਹ ਕਹਿੰਦੇ ਚੈਲੰਜ ਕਰ ਰਹੇ ਆ, ਸੁਪਰੀਮ ਕੋਰਟ ਜਾਣ ਦੀਆਂ ਗੱਲਾਂ ਆ ਰਹੀਆਂ। ਸੋ ਦੇਖੋ ਜਦੋਂ ਜਾਣਗੇ ਉੱਤੇ ਕੀ ਨਤੀਜੇ ਆਉਂਦੇ ਆ। ਪਰ ਅੱਜ ਦੇ ਟਾਈਮ ਮੈਂ ਬਾਈਬਲ ਨੂੰ ਲੈ ਕੇ ਚੱਲ ਰਿਹਾ, ਬੇਅਦਬੀ ਨੂੰ ਲੈ ਕੇ ਚੱਲ ਰਿਹਾ। ਬੇਅਦਬੀ ਤੇ ਬਾਈਬਲ ਜਿਹੜਾ ਗੋਲੀकांड ਆ ਜਿਹ 'ਚ ਮੇਰੇ ਬਾਪੂ ਦਾ ਮਰਡਰ ਹੋਇਆ, ਪੁਲਿਸ ਵੱਲੋਂ ਕੀਤਾ ਗਿਆ, ਤਾਂ ਉਹਦੀ ਜਿਹੜੀ ਜਾਂਚ ਆ ਕੰਪਲੀਟ ਹੋ ਚੁੱਕੀ ਆ, ਕੋਰਟ ਦੇ ਵਿੱਚ ਪਈ ਆ, ਤੇ ਅਸੀਂ ਉਹਦਾ ਇਨਸਾਫ ਲੈਣ ਲਈ ਲੋਕਾਂ ਦਾ ਸਾਥ ਜਿਹੜਾ ਅੱਜ ਬਿਨਾਂ ਕਿਸੇ ਰਾਜਨੀਤਿਕ ਸ਼ੈ ਤੋਂ ਮੰਗ ਰਹੇ ਆ ਵੀ ਲੋਕ ਸਹਿਯੋਗ ਕਰਨ। ਅਸੀਂ ਉੱਤੇ ਪ੍ਰੈਸ਼ਰ ਬਿਲਡ ਕਰਕੇ ਜਿਹੜਾ ਕੋਰਟਾਂ ਦੇ ਵਿੱਚੋਂ ਜਿਹੜੇ ਫੈਸਲੇ ਆ, ਲੋਕਾਂ ਨੂੰ ਦਿਲਾਂ ਨੂੰ ਲੋਕਾਂ ਦੇ ਪਸੰਦ ਆਉਣ ਵਾਲੇ ਫੈਸਲੇ, ਜ਼ਖਮਾਂ ਤੇ ਮੱਲਮ ਲਾਉਣ ਵਾਲੇ ਫੈਸਲੇ ਆਉਣ, ਨਾ ਕਿ ਜ਼ਖਮ ਹਰੇ ਕਰਨ ਵਾਲੇ। ਜੀ ਦੁਬਾਰਾ 22 ਦੀਆਂ ਚੋਣਾਂ ਆ ਗਈਆਂ, ਇਨਸਾਫ ਤੁਹਾਨੂੰ ਹਾਲੇ ਤੱਕ ਨਹੀਂ ਮਿਲਿਆ। ਕਾਂਗਰਸ ਨੇ ਵੀ ਵਾਅਦੇ ਕੀਤੇ ਸੀ ਕਿ ਅਸੀਂ ਸਰਕਾਰ ਬਣੇਗੀ, ਚੁੱਕ ਕੇ ਜਿਹੜੇ ਜੇਲ੍ਹਾਂ ਦੇ ਵਿੱਚ ਸੁੱਟਾਂਗੇ। ਦੁਬਾਰਾ ਚੋਣਾਂ ਆ ਗਈਆਂ, ਕਿਹੜੀ ਸਰਕਾਰ ਤੇ ਭਰੋਸਾ ਕਰਦੇ ਹੋ ਤੁਹਾਨੂੰ ਇਨਸਾਫ ਦਿਵਾਊਗੀ? ਦੇਖੋ ਜੀ, ਜੇ ਆਪਾਂ ਇਹਨਾਂ ਰਾਜਨੀਤਿਕ ਬੰਦਿਆਂ ਦੇ ਭਰੋਸੇ ਦੀ ਗੱਲ ਕਰਦੇ ਹਾਂ ਤਾਂ ਕਿਸੇ ਤੇ ਨਹੀਂ ਰਹੂਗਾ, ਕਿਉਂਕਿ ਜਿਹੜੀ ਸਰਕਾਰ ਹੀ ਇਸ ਮੁੱਦੇ ਨੂੰ ਲੈ ਕੇ ਬਣੀ ਆ, ਉਹਨਾਂ ਨੇ ਨਹੀਂ ਆਪਣਾ ਮੁੱਦਾ ਸੰਜੀਦਗੀ ਨਾਲ ਸਮਝਿਆ, ਤੇ ਆਉਣ ਵਾਲਿਆਂ ਤੋਂ ਆਪਾਂ ਕੀ ਆਸ ਰੱਖ ਸਕਦੇ ਹਾਂ? ਕਿਉਂਕਿ ਹੁਣ ਜੋ ਗੱਲਾਂ ਟਵਿੱਟਰ ਚੱਲ ਰਿਹਾ, ਫੇਸਬੁੱਕ ਤੇ ਸਟੇਟਸ ਪੈ ਰਹੇ ਆ, ਟਵਿੱਟਰ ਤੇ ਟਵੀਟ ਹੋ ਰਹੇ ਆ, ਬੇਅਦਬੀ ਨੂੰ ਲੈ ਕੇ ਹੋ ਰਹੇ ਆ, ਗੋਲੀकांड ਨੂੰ ਲੈ ਕੇ ਹੋ ਰਹੇ ਆ, ਜਾਂ ਕਿਸੇ ਤੇ ਆਪਣੀ ਪਰਸਨਲ ਦੂਸ਼ਣਬਾਜ਼ੀ ਚੱਲ ਰਹੀ ਆ, ਉਹਦੇ ਨਾਲ ਸਾਨੂੰ ਕੋਈ ਲੈਣਾ ਦੇਣਾ ਨਹੀਂ। ਇਹ ਸਿਰਫ ਰਾਜਨੀਤਿਕ ਰੋਟੀਆਂ। ਇਹ ਸਰਕਾਰ ਬਣਨ ਤੋਂ 6 ਮਹੀਨੇ ਬਾਅਦ ਵੀ ਸ਼ੁਰੂ ਹੋ ਸਕਦਾ ਸੀ। ਜੇ ਟਵਿੱਟਰਾਂ ਫੇਸਬੁੱਕਾਂ ਤੇ ਸਾਨੂੰ ਇਨਸਾਫ ਮਿਲਦੇ ਹੁੰਦੇ ਉਦੋਂ ਵੀ ਸ਼ੁਰੂ ਹੋ ਸਕਦੇ ਸੀ। ਇਹ 6 ਮਹੀਨੇ ਰਹਿੰਦੇ ਕਿਉਂ? ਕਿਉਂਕਿ 6 ਮਹੀਨਿਆਂ ਬਾਅਦ ਅਸੀਂ ਲੋਕਾਂ 'ਚ ਜਾਣਾ, ਕੁਰਸੀ ਸਾਨੂੰ ਚਾਹੀਦੀ ਆ। ਉਹ ਕੁਰਸੀ ਦੀ ਖਾਤਰ ਆ ਜਿਹੜਾ ਸਾਰਾ ਕੁਝ ਅਸੀਂ ਹੱਥ ਪੈਰ ਮਾਰ ਰਹੇ ਆ। ਜੇ ਇੱਕ ਮਿੰਟ ਮੈਂ ਇੱਥੇ ਜਵਾਬ ਦੇ ਦਿਆਂ, ਜਿਹੜੀ ਸਰਕਾਰ ਅਸੀਂ ਇਨਸਾਫ ਦੇਣ ਦੇ ਲਈ ਬਣਾਈ ਸੀ ਉਹ ਆਪਸ ਵਿੱਚ ਪਾਟੀ ਹੋਈ ਆ। ਉਹ ਸਰਕਾਰ ਦੀਆਂ ਆਪਸ ਵਿੱਚ 3-4 ਪਾਰਟੀਆਂ ਬਣੀਆਂ ਹੋਈਆਂ, ਉਹਨਾਂ ਦੀ ਆਪਸ ਵਿੱਚ ਸੁਰ 'ਚ ਸੁਰ ਨਹੀਂ ਮਿਲ ਰਹੇ, ਉਹ ਸਾਨੂੰ ਇਨਸਾਫ ਕਿੱਥੋਂ ਦੇ ਦੇਣਗੇ? ਤੁਸੀਂ ਕੁਰਸੀ ਦੀ ਗੱਲ ਕੀਤੀ ਆ, ਆਈਜੀ ਕੁੰਵਰ ਵਿਜੇ ਪ੍ਰਤਾਪ ਹੋਣਾ, ਜਿਵੇਂ ਪਹਿਲਾਂ ਵੀ ਆਪਾਂ ਜ਼ਿਕਰ ਕੀਤਾ ਤੇ ਉਹਨਾਂ ਨੇ ਆਮ ਆਦਮੀ ਪਾਰਟੀ ਜੁਆਇਨ ਕੀਤੀ ਆ। ਕੀ ਤੁਸੀਂ ਮੰਨਦੇ ਹੋ ਕਿ ਉਹਨਾਂ ਨੂੰ ਆਮ ਆਦਮੀ ਪਾਰਟੀ ਜੁਆਇਨ ਕਰਨੀ ਚਾਹੀਦੀ? ਜੇ ਅਸਤੀਫਾ ਦੇ ਦਿੱਤਾ ਸੀ ਸ਼ਾਇਦ ਹੋ ਕੇ ਕਿਸੇ ਸਾਈਡ ਤੇ ਰਹਿੰਦੇ ਜਾਂ ਆਪਣੀ ਪਾਰਟੀ ਤਿਆਰ ਕਰਦੇ। ਉਹਨਾਂ ਦਾ ਨਿੱਜੀ ਆ, ਇੱਥੋਂ ਇੰਨਾ ਕੁ ਹੈ ਵੀ ਉਹ ਰਾਜਨੀਤਿਕ ਤੌਰ ਤੇ ਵਿਚਰ ਰਹੇ ਆ ਤੇ ਉਹਨਾਂ ਨੂੰ ਰਾਜਨੀਤਿਕ ਬਣਨਾ ਚੰਗਾ ਲੱਗਿਆ, ਉਹਨਾਂ ਦੇ ਮਨ ਦੀ ਆ। ਉਹ ਕੋਈ ਵੀ ਬੰਦਾ ਕੁਝ ਵੀ ਕਰ ਸਕਦਾ, ਮੈਨੂੰ ਉਹਦੇ ਨਾਲ ਕੋਈ ਨਹੀਂ ਆ। ਪਰ ਮੈਂ ਉਹਨਾਂ ਨੂੰ ਐਜ਼ ਏ ਆਫੀਸਰ ਜਾਣਦਾ ਸੀ, ਐਜ਼ ਏ ਆਫੀਸਰ ਮੈਂ ਉਹਨਾਂ ਨਾਲ ਗੱਲ ਕੀਤੀ, ਐਜ਼ ਏ ਪੋਲੀਟੀਸ਼ੀਅਨ ਮੈਂ ਨਹੀਂ ਜਾਣਦਾ। ਮੈਂ ਜੇ ਲੱਗਦਾ ਕਿ ਰਿਪੋਰਟ ਜਦੋਂ ਉਹਨਾਂ ਨੇ ਜਾਂਚ ਕੀਤੀ ਹੈ ਜਾਂ ਰਿਪੋਰਟ ਜਿਹੜੀ ਸਾਰੀ ਤਿਆਰ ਕੀਤੀ ਸੀ, ਉਦੋਂ ਵੀ ਉਹਨਾਂ ਦੀ ਮਨਸ਼ਾ, ਇਹ ਕਹਿ ਸਕਦਾ ਪਾਰਟੀ ਪੂਟੀ ਦਾ ਮੈਨੂੰ ਕੋਈ ਲੈਣਾ ਦੇਣਾ ਨਹੀਂ, ਜਿਹੜੀ 'ਚ ਮਰਜ਼ੀ ਜਾਣ, ਪਰ ਉਹਨਾਂ ਨੂੰ ਚੈਲੰਜ ਕਰਨਾ ਚਾਹੀਦਾ ਸੀ। ਉਹਨਾਂ ਨੂੰ ਸੁਪਰੀਮ ਕੋਰਟ ਜਾਣਾ ਚਾਹੀਦਾ ਸੀ। ਉਹਨਾਂ ਨੂੰ ਆਪਣੀ ਜਾਂਚ ਨੂੰ ਸਹੀ ਰੱਖਣ ਦੇ ਲਈ, ਲੋਕਾਂ ਦੇ ਵਿੱਚ ਉਹਨੂੰ ਸਾਬਤ ਕਰਨ ਦੇ ਲਈ, ਆਪਣਾ ਜਿਹੜਾ ਕਾਨੂੰਨੀ ਰਾਹ ਮਤਲਬ ਜਾਂਚ ਨੂੰ ਸਹੀ ਸਾਬਤ ਕਰਨ ਦੇ ਲਈ ਕੇਸ ਲਾਉਣਾ ਚਾਹੀਦਾ ਸੀ। ਹੋ ਸਕਦਾ ਉਹਨਾਂ ਦਾ ਕੇਸ ਜਿੱਤਿਆ ਹੁੰਦਾ, ਸਹੀ ਜਾਂਚ ਹੁੰਦੀ, ਉਸ ਤੋਂ ਬਾਅਦ ਪੋਲੀਟੀਸ਼ੀਅਨ ਬਣਦੇ, ਲੋਕ ਉਹਨਾਂ ਨੂੰ ਮੈਨੂੰ ਲੱਗਦਾ ਅੱਜ ਨਾਲੋਂ ਵੱਧ ਐਕਸੈਪਟ ਕਰਦੇ, ਉਹਨਾਂ ਨੂੰ ਹੋ ਸਕਦਾ ਜਿਤਾ ਦੇਣ। ਪਰ ਅੱਜ ਦੇ ਟਾਈਮ ਆ ਜਿਹੜਾ ਉਹ ਲੋਕਾਂ ਡਾਵਾਂਡੋਲ ਸਮਝਣਗੇ, ਤੇ ਉਹ ਵੀ ਇੱਕ ਕੀਤੀ ਹੋ ਸਕਦਾ ਸਹੀ ਜਾਂਚ ਹੋਵੇ, ਉਹਨੂੰ ਅੱਜ ਸਿਆਸਤ ਦੀ ਭੇਟ ਨਾਲ ਦੇਖਿਆ ਜਾਊਗਾ। ਜਿਵੇਂ ਤੁਸੀਂ ਗੱਲ ਕੀਤੀ ਆਪਾਂ ਪਹਿਲਾਂ ਵੀ ਚੋਣਾਂ ਵੀ ਨਜ਼ਦੀਕ ਆ ਰਹੀਆਂ ਨੇ, ਪਰ ਸਿੱਟਾ ਹਾਲੇ ਤੱਕ ਨਹੀਂ ਨਿਕਲਿਆ। ਨਵੀਂ ਐਸਆਈਟੀ ਦੀ ਵੀ ਜਾਂਚ ਜਿਹੜੀ ਉਹ ਚੱਲ ਰਹੀ ਹੈ। ਤੁਹਾਨੂੰ ਲੱਗਦਾ ਕਿ ਨਵੀਂ ਜਿਹੜੀ ਜਾਂਚ ਅਧਿਕਾਰੀ ਰੱਖੇ ਹੋਏ ਆ ਉਹ ਤੁਹਾਨੂੰ ਇਨਸਾਫ ਦਿਵਾ ਪਾਉਣਗੇ? ਦੇਖੋ, ਜਿੰਨਾ ਟਾਈਮ ਕੋਟਕਪੂਰੇ ਦੀ ਜੱਜਮੈਂਟ ਨੂੰ ਚੈਲੰਜ ਨਹੀਂ ਕਰ ਸਕਦੇ,
ਉਹਨੂੰ ਸਾਈਡ ਤੇ ਨਹੀਂ ਕਰ ਸਕਦੇ, ਉਹਨੂੰ ਤੜਵਾ ਨਹੀਂ ਸਕਦੇ, ਉਹਦੀਆਂ ਖਾਮੀਆਂ ਨਹੀਂ ਕਢਾ ਸਕਦੇ, ਉਹਨਾਂ ਟਾਈਮ ਕਿਸੇ ਦੇ ਕੋਈ ਜਿੰਨੀਆਂ ਮਰਜ਼ੀ ਐਸਆਈਟੀਆਂ ਬਣਾ ਲੈਣ ਕੋਈ ਇਨਸਾਫ ਨਹੀਂ ਮਿਲਣਾ, ਕਿਉਂਕਿ ਦੋਸ਼ੀਆਂ ਲਈ ਉਹ ਇੱਕ ਸਟਾਪਰ ਹੈ। ਉਹਨਾਂ ਲਈ ਬਚਣ ਦਾ ਰਾਹ ਉਹ ਜੱਜਮੈਂਟ ਲਾ ਕੇ ਬਚਣਗੇ। ਜੇ ਇਹੀ ਸੈੱਟ ਨੇ ਉਹੀ ਦੋਸ਼ੀ ਕੱਢਣੇ ਆ ਤਾਂ ਉਹਦੇ 'ਚ ਵੀ ਉਹੀ ਆ ਰਿਹਾ। ਜਿਵੇਂ ਹੁਣ ਉਹ ਤਾਂ ਮੰਨ ਰਹੇ ਆ, ਉਹਨਾਂ 'ਚੋਂ ਇੱਕ ਮੰਨਿਆ ਨਾਰਗੋ ਟੈਸਟ ਕਰਾਉਣ ਨੂੰ, 2 ਜਵਾਬ ਦੇ ਰਹੇ ਆ, ਉਹ ਤਾਂ ਮੰਨ ਰਹੇ ਆ ਕਿ ਉਹਨਾਂ ਨੇ ਕੀਤਾ। ਇਹ ਸਾਡੀ ਸਰਕਾਰ 'ਚ ਕਮੀਆਂ, ਤੇ ਬਾਕੀਆਂ ਨੇ ਕਿਉਂ ਮਨਾ ਕਰ ਦਿੱਤਾ? ਕਮੀਆਂ ਸਾਡੀ ਸਰਕਾਰ 'ਚ, ਕਿਉਂਕਿ ਉਹ ਚੋਰ ਹੈ, ਉਹਨਾਂ ਨੂੰ ਪਤਾ ਹੈ ਵੀ ਸੱਚ ਸਾਹਮਣੇ ਆਊਗਾ, ਉਹ ਚੋਰ ਹੈ। ਮੈਂ ਕਹਿੰਦਾ ਸਾਰਿਆਂ ਦਾ ਹੋਣਾ ਚਾਹੀਦਾ, ਜਿਨ੍ਹਾਂ ਨੇ ਰਾਜਨੀਤੀ ਕੀਤੀ ਹੈ ਤੇ ਉਹਨਾਂ ਦਾ ਨਾਰਗੋ ਟੈਸਟ ਹੋਣਾ ਚਾਹੀਦਾ, ਜਿਹੜੇ ਪੋਲੀਟੀਸ਼ੀਅਨ ਤੇ ਮਤਲਬ ਰਾਜਨੀਤੀ ਕਰ ਰਹੇ ਆ, ਜਿਹੜੇ ਅਫਸਰ ਜਾਂਚ ਕਰ ਰਹੇ ਆ, ਉਹਨਾਂ ਦਾ ਵੀ ਹੋਣਾ ਚਾਹੀਦਾ, ਪਤਾ ਲੱਗਣਾ ਚਾਹੀਦਾ ਵੀ ਕਿਹੜਾ ਸੱਚਾ ਚੱਲ ਰਿਹਾ। ਜਦੋਂ ਬਾਈਬਲ ਕਲਾਂ ਦੇ ਵਿੱਚ ਧਰਨਾ ਲੱਗਾ ਸੀ, ਕੁਝ ਕਾਂਗਰਸੀ ਲੀਡਰ ਉੱਥੇ ਪਹੁੰਚੇ ਸੀ ਜਿਨ੍ਹਾਂ ਨੇ ਭਰੋਸਾ ਦਿੱਤਾ ਸੀ ਕਿ ਅਸੀਂ ਇਨਸਾਫ ਦਿਵਾਵਾਂਗੇ, ਧਰਨਾ ਚੁੱਕ ਦਿੱਤਾ। ਉਹਨਾਂ ਨੂੰ ਅੱਜ ਆਪਦੀ ਕੁਰਸੀ ਤੇ ਭਰੋਸਾ ਨਹੀਂ ਰਿਹਾ। ਉਹਨਾਂ ਦੇ ਭਰੋਸੇ ਤੇ ਅਸੀਂ ਕੀ ਯਕੀਨ ਕਰੀਏ? ਉਹਨਾਂ ਦੀ ਆਪਦੀ ਕੁਰਸੀ ਖਿਸਕਦੀ ਨਜ਼ਰ ਆਉਂਦੀ ਆ, ਕਿਉਂਕਿ ਉਹ ਆਪ ਆਪਦੇ ਮਤਲਬ ਜਿਹੜਾ ਸੀਐਮ ਉਹਦੇ ਉਲਟ ਚੱਲੀ ਜਾਂਦੇ ਆ। ਉਹਨਾਂ ਦੀ ਕੁਰਸੀ ਉਹਨਾਂ ਨੂੰ ਖਤਰਾ, ਉਹ ਆਪਦੀ ਕੁਰਸੀ ਬਚਾਉਣ 'ਚ ਲੱਗੇ, ਉਹਨਾਂ ਨੇ ਇਨਸਾਫ ਕਿਤੇ ਸੱਚ ਬੋਲ ਰਹੇ, ਤੁਹਾਡੇ ਹੱਕ ਦੇ ਵਿੱਚ ਸੱਚ ਬੋਲ ਰਹੇ ਕਿ ਅਸੀਂ ਉੱਥੇ ਜ਼ਬਾਨ ਦੇ ਕੇ ਆਏ ਸੀਗੇ। ਦੇਖੋ ਬੋਲ ਰਹੇ ਆ, ਪਰ ਉਹ 6 ਮਹੀਨਿਆਂ ਦੀ ਜ਼ਬਾਨ ਸੀ, 2 ਮਹੀਨਿਆਂ ਦੀ ਜ਼ਬਾਨ ਸੀ। ਪਹਿਲਾਂ ਤਾਂ ਸਰਕਾਰ ਇਸ ਮੁੱਦੇ ਨੂੰ ਮੈਂ ਕਹਿ ਰਿਹਾ ਬਣੀ ਆ ਵੀ 2-3 ਮਹੀਨਿਆਂ 'ਚ ਹੱਲ ਕਰਨ ਦੀ ਗੱਲ ਕਰਦੇ ਆ। ਮੋਰਚਾ ਚੱਕਣ ਤੋਂ ਬਾਅਦ 6 ਮਹੀਨਿਆਂ ਦੀ ਗੱਲ ਕਰਦੇ ਆ ਵੀ ਅਸੀਂ ਹੱਲ ਕਰਾਂਗੇ। ਮੋਰਚਾ ਚੱਕੇ ਨੂੰ ਵੀ 2 ਸਾਲ ਹੋ ਗਏ ਆ, ਉਹ ਹੱਲ ਨਹੀਂ ਹੋਇਆ। ਸਰਕਾਰ ਆਪਣਾ ਸੁਖਰਾਜ ਜੀ, ਇੱਥੇ ਵੀ ਸਵਾਲ ਖੜਾ ਹੁੰਦਾ ਹੈ ਕਿ ਜਦੋਂ ਸਰਕਾਰ ਨੇ ਵਾਅਦਾ ਕੀਤਾ ਸੀ ਅਸੀਂ ਤੁਹਾਨੂੰ ਇਨਸਾਫ ਦਿਵਾਵਾਂਗੇ, ਜਦੋਂ ਵੀ ਕੋਈ ਸਿੱਖ ਜਥੇਬੰਦੀਆਂ ਉੱਥੇ ਪ੍ਰੋਟੈਸਟ ਕਰਦੀਆਂ, ਧਰਨਾ ਪ੍ਰਦਰਸ਼ਨ ਕਰਦੀਆਂ, ਤਾਂ ਜਿਹੜੀ ਸਰਕਾਰ ਵੱਲੋਂ ਉੱਥੋਂ ਉਹਨਾਂ ਦੀ ਗ੍ਰਿਫਤਾਰੀ ਕੀਤੀ ਜਾਂਦੀ ਆ। ਉਹ ਹੁਣ ਵੀ ਲਗਾਤਾਰ ਚੱਲ ਰਿਹਾ, ਉੱਥੇ ਪ੍ਰੋਟੈਸਟ ਨਹੀਂ ਕੀਤਾ ਜਾਣ ਦੇ ਰਿਹਾ, ਕਿਉਂਕਿ ਅਸੀਂ ਇੱਕ ਸਿੰਬੋਲਿਕ ਤਰੀਕੇ ਨਾਲ, ਸ਼ਾਂਤਮਈ ਤਰੀਕੇ ਨਾਲ ਆਪਣੇ ਗੁਰੂ ਦੀ ਬੇਅਦਬੀ ਦਾ ਇਨਸਾਫ, ਗੋਲੀ ਚਲਾਉਣ ਵਾਲਿਆਂ ਨੂੰ ਜੇਲ੍ਹਾਂ ਤੱਕ ਜਿਹੜਾ ਲਿਜਾਣ ਦਾ ਰਸਤਾ ਲੋਕਾਂ ਦੇ ਵਿੱਚ ਬਣਾ ਰਹੇ ਆ ਜਾਂ ਰੱਖ ਰਹੇ ਆ, ਜਾਂ ਲੋਕਾਂ ਦੇ ਵਿੱਚ ਗੱਲ ਰੱਖ ਰਹੇ ਆ ਕਿ ਉਹਨਾਂ ਨੂੰ ਉਹਨਾਂ ਦੇ ਮਤਲਬ ਪਹਿਲੀ ਗੱਲ ਤਾਂ ਨਾ ਆਮ ਪਿੰਡਾਂ ਵਾਲੇ ਲੋਕਾਂ ਨੂੰ ਇਹੀ ਨਹੀਂ ਪਤਾ ਵੀ ਜਾਂਚ ਕਿੱਥੋਂ ਕਿਵੇਂ ਤੇ ਕੀ ਹੋ ਰਹੀ ਆ। ਇਹ 'ਚ 3 ਐਸਆਈਟੀਆਂ ਬਣਾਉਣੀਆਂ, ਬਾਈਬਲ ਤੇ ਅਲੱਗ ਆ, ਕੋਟਕਪੂਰੇ ਤੇ ਅਲੱਗ ਆ, ਤੇ ਬੇਅਦਬੀ ਤੇ ਅਲੱਗ ਆ। ਸੋ ਜੇ ਆਪਾਂ ਗੱਲ ਕਰੀਏ ਤਿੰਨੇ ਇਨਵੈਸਟੀਗੇਸ਼ਨਾਂ ਦੇ ਵਿੱਚ ਸਾਰੀਆਂ ਦੇ ਵਿੱਚ ਹੀ ਖਾਮੀਆਂ ਰਹੀਆਂ। ਬੇਅਦਬੀ 'ਚ ਵੀ ਦੋਸ਼ੀ ਬਚ ਰਹੇ ਆ, ਮੇਨ ਦੋਸ਼ੀ ਤੱਕ ਗੱਲ ਨਹੀਂ ਜਾ ਰਹੀ, ਬੰਨੇ ਲਾ ਦਿੰਦੇ। ਬੇਅਦਬੀ ਦੋਸ਼ੀ ਬਚ ਰਹੇ ਆ, ਗੋਲੀ ਕਾਂਡ ਦੇ ਬਚ ਰਹੇ ਆ, ਜਿਹੜਾ ਜਿਹ 'ਚ ਜ਼ਖਮੀ ਹੋਇਆ ਕੋਟਕਪੂਰੇ ਦੇ ਉਹ ਬਚ ਰਹੇ ਆ। ਸੋ ਉਲਟਾ ਕੰਮ ਚੱਲ ਰਿਹਾ। ਦੋਸ਼ੀ ਜੇਲ੍ਹਾਂ 'ਚ ਜਾਣੇ ਚਾਹੀਦੇ ਸੀ, ਦੋਸ਼ੀ ਬਾਹਰ ਫਿਰਦੇ ਆ। ਤੇ ਤਿਆਰੀ ਕੀ ਹੋ ਰਹੀ ਆ? ਇਨਸਾਫ ਮੰਗਣ ਵਾਲਿਆਂ ਨੂੰ ਜੇਲ੍ਹਾਂ ਮਿਲ ਰਹੀਆਂ। ਜੇ ਉੱਥੇ 10 ਬੰਦੇ ਪ੍ਰੋਟੈਸਟ ਕਰਨ ਜਾਂਦੇ ਆ, 50 ਬੰਦੇ ਪ੍ਰੋਟੈਸਟ ਕਰਨ ਜਾਂਦੇ, ਉਹਨਾਂ ਦੀ ਗ੍ਰਿਫਤਾਰੀ ਕਰਕੇ ਉਹਨਾਂ ਨੂੰ ਜੇਲ੍ਹ 'ਚ ਭੇਜਿਆ ਜਾ ਰਿਹਾ। ਇੱਥੇ ਵੀ ਸਵਾਲ ਖੜਾ ਹੁੰਦਾ ਕਿ ਕਾਂਗਰਸ ਅਤੇ ਅਕਾਲੀ ਆਪਸ ਵਿੱਚ ਮਿਲੇ ਹੋਏ ਨੇ, ਉਹਦਾ ਕਰਕੇ ਵੀ ਜਿਹੜੀ ਜਾਂਚ ਦੇ ਵਿੱਚ ਦਿੱਕਤ ਆ। ਰਾਜਨੀਤਿਕ ਲੋਕਾਂ ਤੇ ਤਾਂ ਭਰੋਸਾ ਰਿਹਾ ਹੀ ਨਹੀਂ। ਮੈਂ ਉਹੀ ਕਹਿ ਰਿਹਾ, ਸਾਨੂੰ ਆਪਾਂ ਨੂੰ ਇਕਜੁੱਟ ਹੋਣਾ ਪੈਣਾ। ਤੁਹਾਡੇ ਮਾਧਿਅਮ ਰਾਹੀਂ ਮੈਂ ਕਹਿੰਦਾ ਲੋਕਾਂ ਨੂੰ ਇਕਜੁੱਟ ਹੋਣਾ ਪੈਣਾ। ਅਸੀਂ ਸਰਕਾਰ ਤੇ ਪ੍ਰੈਸ਼ਰ ਬਿਲਡ ਕਰਨਾ ਬੰਦ ਕਰਕੇ, ਲੋਕਾਂ ਨੂੰ ਇਕਜੁੱਟ ਕਰਕੇ ਉਹਨਾਂ ਹਾਈ ਕੋਰਟਾਂ ਦੇ, ਉਹਨਾਂ ਸੁਪਰੀਮ ਕੋਰਟਾਂ ਦੇ ਦਰਵਾਜ਼ੇ ਖੜਕਾਈਏ। ਸਹੀ ਤਰੀਕੇ ਨਾਲ ਸਾਡੀਆਂ ਜਾਂਚਾਂ ਜਿਹੜੀਆਂ ਕੋਰਟਾਂ ਤੋਂ, ਜੇ ਮੈਂ ਸੀਐਮ ਸਾਹਿਬ ਨੂੰ ਜਦੋਂ ਮਿਲਿਆ ਸੀ ਉਦੋਂ ਗੱਲ ਇਹ ਹੋਈ ਸੀ, ਉਹ ਕਹਿੰਦੇ ਵੀ ਅਸੀਂ ਜਿਹੜਾ ਕੇਸ ਆ ਜੁਡੀਸ਼ਲੀ ਤੇ ਛੱਡਤਾ, ਪਰ ਸਾਨੂੰ ਸੀਐਮ ਬਣਾਉਣ ਦੀ ਲੋੜ ਨਹੀਂ ਆ। ਇਸ ਮੁੱਦੇ ਤੇ ਰਾਜਨੀਤਿਕ ਜਾਂ ਪੋਲੀਟੀਸ਼ੀਅਨ ਬੰਦਿਆਂ ਦੇ ਸਾਥ ਦੀ ਲੋੜ ਨਹੀਂ ਆ, ਸਾਨੂੰ ਲੋਕਾਂ ਦੀ ਲੋੜ ਆ, ਲੋਕਾਂ ਦੇ ਸਾਥ ਦੀ ਲੋੜ ਆ। ਤੇ ਲੋਕਾਂ ਦੇ ਸਾਥ ਨਾਲ ਚੰਗੇ ਜੱਜ ਦੇ ਕੇਸ ਲੱਗੇ, ਚੰਗੇ ਸਾਡੇ ਵਕੀਲ ਕੇਸ ਲੜਨ, ਤਾਂ ਜੋ ਫੈਸਲੇ ਸਾਡੇ ਅਦਾਲਤਾਂ 'ਚੋਂ ਆਉਣ। ਇਹਨਾਂ ਸੀਐਮਾਂ ਤੇ ਇਹਨਾਂ ਮੰਤਰੀਆਂ ਦੇ ਨਾਲ ਜਿਹੜਾ ਰਲ ਕੇ ਚੱਲਣ ਦੀ ਲੋੜ। ਤੁਹਾਡਾ ਦੁੱਖ ਵੇਖ ਸਕਦੇ ਆ, ਅੱਜ ਬਾਪ ਸਿਰ ਤੇ ਹੁੰਦਾ ਤਾਂ ਬੰਦੇ ਦਾ ਹੌਸਲਾ ਕਾਫੀ ਹੁੰਦਾ ਹੈ, ਤੇ ਜੇ ਅੱਜ ਬਾਪ ਸਿਰ ਤੇ ਹੁੰਦਾ ਸ਼ਾਇਦ ਆਹ ਲਫ਼ਜ਼ ਤੁਹਾਡੇ ਮੂੰਹੋਂ ਨਾ ਨਿਕਲਦੇ। ਬਿਲਕੁਲ ਜੀ, ਇਹ ਲੋਕ ਨਹੀਂ ਜਾਣਦੇ। ਇਹਨਾਂ ਨੂੰ ਕੁਰਸੀ ਪਿਆਰੀ ਹੈ, ਇਹਨਾਂ ਨੂੰ ਕਿਸੇ ਦੇ ਬਾਪ ਜਾਨਾਂ ਲਈ ਆ, ਇਹਨਾਂ ਨੂੰ ਕਿਸੇ ਦੇ ਪੁੱਤ ਜਾਨ ਨਾਲ ਨਹੀਂ ਹੈ। ਸਭ ਤੋਂ ਵੱਡੀ ਗੱਲ ਤਾਂ ਕੀ, ਇਹਨਾਂ ਨੂੰ ਉਸ ਗੁਰੂ ਦੀ ਬੇਅਦਬੀ ਦੇ ਨਾਲ ਨਹੀਂ ਆ, ਉਸ ਗੁਰੂ ਦੇ ਸਰੂਪ ਚੋਰੀ ਹੋਇਆ ਨਾਲ ਨਹੀਂ ਆ, ਜਿਹਦੀ ਅਸੀਂ ਨਤਮਸਤਕ ਹੋ ਕੇ ਅਰਦਾਸ ਕਰਦੇ ਹਾਂ, ਸੁੱਖ ਸ਼ਾਂਤੀ ਦੀ, ਆਪਣੇ ਘਰ ਦੀ, ਆਪਣੇ ਪਰਿਵਾਰ ਦੀ, ਆਪਣੇ ਸੱਜਣਾ ਮਿੱਤਰਾਂ ਦੀ ਅਰਦਾਸ ਕਰਦੇ ਹਾਂ ਕਿ ਸਹੀ ਰਹਿਣ। ਈਵਨ ਕਿ ਇਹ ਵੀ ਉੱਥੇ ਢੌਂਗ ਕਰਦੇ ਆ ਗੁਰਦੁਆਰਾ 'ਚ ਜਾ ਕੇ ਵੋਟਾਂ ਲੈਣ ਦੇ ਲਈ, ਜਦੋਂ ਮੱਥਾ ਟੇਕਦੇ ਆ ਕਿਹੜੇ ਮੂੰਹ ਨਾਲ ਜਾਂਦੇ ਆ ਯਾਰ, ਜਿਹੜੇ ਆ ਨਵੇਂ ਜਿਨ੍ਹਾਂ ਨੇ ਸਰਕਾਰ ਇਸ ਟਾਈਮ ਚੱਲ ਰਹੀ ਆ, ਕਿਹੜੇ ਮੂੰਹ ਨਾਲ ਇਹ ਗੁਰੂ ਘਰ ਮੂੰਹ ਲੈ ਕੇ ਜਾਂਦੇ ਆ ਵੀ ਜਿਹਦੇ ਹਿਸਾਬ ਦੀ ਗੱਲ ਕਰਦੇ। ਗੋਲੀ ਕਾਂਡ ਉਦੋਂ ਹੋਇਆ ਸੀ, ਤੁਸੀਂ ਕਿੱਥੇ ਸੀ ਉਦੋਂ? ਪਾਪਾ ਆਪਣੇ ਫਾਦਰ ਸਾਹਿਬ ਦੇ ਨਾਲ ਸੀ? ਨਹੀਂ, ਮੈਂ ਬਾਹਰ ਸੀਗਾ ਜੀ, ਮੇਰਾ ਛੋਟਾ ਬ੍ਰਦਰ ਨਾਲ ਸੀਗਾ। ਪਰ ਮੈਂ ਉਸ ਤੋਂ ਅਗਲੇ ਦਿਨ ਦਾ ਜਿਹੜਾ ਇਹ ਸਾਰਾ ਜਿੰਨਾ ਕੁਝ ਹੋ ਰਿਹਾ 16 ਅਕਤੂਬਰ 2015 ਤੋਂ ਲੈ ਕੇ, ਪਤਾ ਹੀ ਹੋਏਗਾ ਕਿ ਦੋਸ਼ੀ ਕੌਣ ਸੀ, ਕਿੰਨਾ ਗੋਲੀਆਂ ਚਲਾਈਆਂ ਸੀ, ਕੁਝ ਨਾ ਕੁਝ ਦੱਸਿਆ ਤੇ ਹੋਏਗਾ। ਸਾਰਾ ਕੁਝ ਸਾਹਮਣੇ ਆ ਚੁੱਕਿਆ। ਚਰਨਜੀਤ ਸ਼ਰਮਾ ਉੱਥੋਂ ਦਾ ਐਸਐਸਪੀ ਆ, ਜਿਹਨੇ ਬਾਈਬਲ ਦੇ ਵਿੱਚ ਗੋਲੀਆਂ ਚਲਾਈਆਂ। ਉੱਥੇ ਉਮਰਾ ਨੰਗਲ ਦੀ ਵੀਡੀਓ ਬਣੀ ਹੋਈ ਆ, ਜਿਹੜਾ ਆਈਜੀ ਸੀਗਾ, ਜਿਹੜਾ ਆਊਟ ਆਫ ਰੇਂਜ ਆਈਜੀ ਸੀਗਾ, ਉੱਥੇ ਬਿਨਾਂ ਕਿਸੇ ਲਿਖਤ ਪੜਤ ਤੋਂ ਆਏ ਹੋਏ ਆ। ਉੱਥੇ ਡਿਊਟੀ ਮੈਜਿਸਟਰ ਦੀ ਜ਼ਿੰਮੇਵਾਰੀ ਬਣਦੀ ਆ। ਉੱਥੇ ਜਿਹੜੇ ਸਪਸ਼ਟ ਕਰ ਦਿਓ ਕਿੰਨਾ ਚਲਾਈਆਂ ਸੀ, ਕਿਹਦੇ ਕਹਿਣ ਤੇ ਚਲਾਈਆਂ ਗਈਆਂ ਸੀ? ਬਾਈਬਲ ਦੇ ਵਿੱਚ ਐਸਐਸਪੀ ਚਰਨਜੀਤ ਸ਼ਰਮੇ ਨੇ ਗੋਲੀਆਂ ਚਲਾਈਆਂ। ਸਾਰਿਆਂ ਨੂੰ ਪਤਾ, 150-200 ਬੰਦਾ ਗਵਾਹ ਉੱਥੇ। ਪਰ ਸਾਡੀ ਨਾਕਾਮੀ ਇਹ ਆ ਕਿ ਅਸੀਂ ਸਰਕਾਰਾਂ ਬਣਾ ਕੇ ਉਹਨਾਂ ਤੋਂ ਇਨਸਾਫ ਲੈਣ ਦੀ ਗੱਲ ਕਰਦੇ ਹਾਂ।
ਸਾਨੂੰ ਸਰਕਾਰਾਂ ਦੀ ਨਹੀਂ, ਸਾਨੂੰ ਚੰਗੇ ਵਕੀਲਾਂ ਦੀ ਲੋੜ ਆ। ਕੇਸ ਲੜਨ ਲਈ ਅਦਾਲਤਾਂ ਦੇ ਵਿੱਚ ਖੜਨ ਦੀ ਲੋੜ ਆ। ਸਾਨੂੰ ਇਹਨਾਂ ਲੀਡਰਾਂ ਸ਼ੀਡਰਾਂ ਦੇ ਪੈਰਾਂ 'ਚ ਡਿੱਗਣ ਦੀ ਲੋੜ ਨਹੀਂ ਆ। ਤੇ ਮੈਂ ਲੋਕਾਂ ਨੂੰ ਇਹ ਅਪੀਲ ਕਰਦਾ ਵੀ ਇਕੱਠੇ ਹੋ ਕੇ ਸੰਜੀਦਗੀ ਨਾਲ ਤੇ ਚੰਗੇ ਵਕੀਲਾਂ ਦੇ ਥਰੂ ਚੰਗੇ ਜੱਜ ਦੇ ਟੇਬਲ ਤੇ ਕੇਸ ਗਿਆ ਹੋਵੇ, ਕਿਸੇ ਗੁਰਸਿੱਖ ਜੱਜ ਦੇ ਕੇਸ ਪਿਆ ਹੋਵੇ ਜਿਹੜਾ ਸਮਝੇ ਵੀ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਆ, ਬੇਅਦਬੀ ਗੁਰੂ ਦੀ ਹੋਈ ਆ, ਕਿਸ ਤਰ੍ਹਾਂ ਲਲਕਾਰ ਕੇ ਬੇਅਦਬੀ ਕੀਤੀ ਗਈ ਆ ਤੇ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾਵਾਂ ਮਿਲਣੀਆਂ ਚਾਹੀਦੀਆਂ। ਤੁਸੀਂ ਜਿੱਦਾਂ ਗੱਲ ਕੀਤੀ ਹੈ ਕਿ ਗੁਰਸਿੱਖ ਜੱਜ ਦੇ ਕੋਲ ਜਿਹੜੀ ਆ ਸਾਰੀ ਜਾਂਚ ਹੋਣੀ ਚਾਹੀਦੀ, ਉਹਨਾਂ ਦੇ ਕੋਲ ਸਿੱਟ ਜਾਵੇ, ਤਾਂ ਜਿਹੜੇ ਜਾਂਚ ਅਧਿਕਾਰੀ ਆ ਉਹ ਵੀ ਕਿਤੇ ਨਾ ਕਿਤੇ ਗੁਰਸਿੱਖ ਨਹੀਂ ਆ, ਹੋ ਸਕਦਾ ਪੰਜਾਬ ਤੋਂ ਜੀ। ਦੇਖੋ ਤੁਹਾਡਾ ਹੀ ਸਵਾਲ ਹੈ ਜੀ, ਤੁਹਾਡਾ ਹੀ। ਨਹੀਂ, ਮੈਂ ਬੇਸਿਕਲੀ ਕਹਿਣਾ ਵੀ ਜਿਹੜੀ ਜਾਂਚ ਜੱਜ ਦੇ ਕੇਸ ਜਾਵੇ, ਗੁਰਸਿੱਖ ਜੱਜ ਦੇ ਕੇਸ ਜਾਵੇ ਜਿਹਨੇ ਫੈਸਲੇ ਦੇਣੇ ਆ, ਜਾਂਚ ਕਰਨ ਵਾਲੇ ਅਧਿਕਾਰੀ ਉਹ ਤਾਂ ਚੈੱਕ ਕਰ ਰਹੇ ਵੀ ਕਿਹੜਾ ਉੱਥੇ ਸੀਗਾ ਕਿਹੜਾ ਨਹੀਂ ਸੀਗਾ। ਵੋਟ ਤਾਂ ਉਹਨਾਂ ਆਪਣੇ ਹਿਸਾਬ ਨਾਲ ਦੇਣੀ ਹੈ ਨਾ। ਦੇਖੋ ਬਿਆਨ ਤਾਂ ਲੋਕਾਂ ਨੇ ਲਵਾਉਣੇ ਨਾ ਜਿਨ੍ਹਾਂ ਨਾਲ ਹੋਈ ਆ, ਰਿਪੋਰਟ ਤਾਂ ਉਹਨਾਂ ਨੇ ਬਿਆਨ ਇਕੱਠੇ ਕਰਕੇ ਦੇਣੇ ਨਾ, ਤਾਂ ਲੋਕ ਤਾਂ ਨਹੀਂ ਨਾ। ਚਾਰਜ ਕਿਉਂ ਕੀਤੀ ਹਾਈ ਕੋਰਟ? ਗੱਲ ਤਾਂ ਉੱਥੇ ਹੀ ਆਉਂਦੀ ਆ ਭਾਈ ਸਾਹਿਬ, ਜਦੋਂ ਉਹਨਾਂ ਨੂੰ ਪਰੋਇਆ ਹੀ ਨਹੀਂ ਸਹੀ ਤਰੀਕੇ ਨਾਲ ਗਿਆ, ਵਕੀਲਾਂ ਨੇ ਚੰਗੇ ਤਰੀਕੇ ਨਾਲ, ਸਰਕਾਰ ਦੇ ਵਕੀਲਾਂ ਨੇ ਪੇਸ਼ ਹੀ ਨਹੀਂ ਕੀਤਾ ਗਿਆ, ਜਿਹਦੇ ਨਾਲ ਸਾਨੂੰ ਅੱਜ ਇਹ ਚੀਜ਼ਾਂ ਦੇਖਣੀਆਂ ਪਈਆਂ। ਜਿਹੜੇ ਉੱਥੇ ਅਤੁਲ ਨੰਦੇ ਵਰਗੇ ਐਡਵੋਕੇਟ ਜਨਰਲ ਪੰਜਾਬ ਦੇ ਆ ਜਿਨ੍ਹਾਂ ਨੇ ਕੀਤਾ ਹੀ ਕੱਖ ਨਹੀਂ, ਤਾਂ ਅਸੀਂ ਕਿਵੇਂ ਆਸ ਰੱਖ ਸਕਦੇ ਹਾਂ ਕਿ ਸਾਨੂੰ ਇਨਸਾਫ ਲੈ ਕੇ ਦੇ ਦੇਣਗੇ। ਇਸੇ ਕਰਕੇ ਕਿਹਾ ਵੀ ਇੱਕ ਚੰਗਾ ਜੱਜ ਹੋਵੇ ਜਿਹੜਾ ਥੋੜਾ ਬਹੁਤਾ ਸਿੱਖਾਂ ਦੀਆਂ ਭਾਵਨਾਵਾਂ ਵੀ ਸਮਝੇ ਤੇ ਉੱਥੇ ਉਹ ਸੀਨ ਨੂੰ ਆਪਣੇ ਦਿਮਾਗ ਨਾਲ ਦੇਖੇ ਵੀ। ਇਹ ਨਹੀਂ ਆ ਵੀ ਜਸਟ ਰਿਪੋਰਟ ਰੱਖੀ ਤੇ ਉੱਪਰੋਂ ਆਕਾ ਦੇ ਹੁਕਮ ਆਏ ਤੇ ਫੈਸਲੇ ਦਿੱਤੇ। ਇਹ ਚੀਜ਼ਾਂ ਨਹੀਂ ਹੋਣੀਆਂ ਚਾਹੀਦੀਆਂ। ਉਹਨਾਂ ਨੂੰ ਪੜ੍ਹ ਕੇ ਫੈਸਲੇ ਦਿੱਤੇ ਜਾਣ ਤਾਂ ਜੋ ਲੋਕਾਂ ਦੇ ਪੱਖ ਵਾਲੇ ਫੈਸਲੇ ਆਉਣ। ਧੰਨਵਾਦ। ਇਹ ਸਨ ਸੁਖਰਾਜ ਸਿੰਘ ਜੀ, ਜਿਨ੍ਹਾਂ ਦੇ ਪਿਤਾ ਬਾਈਬਲ ਕਲਾਂ ਗੋਲੀ ਕਾਂਡ ਦੇ ਵਿੱਚ ਸ਼ਹੀਦ ਹੋਏ ਹਨ। ਪਿਛਲੇ ਲੰਬੇ ਸਮੇਂ ਤੋਂ ਉਹ ਮੰਗ ਕਰ ਰਹੇ ਹਨ ਕਿ SIT ਜਿੰਨੀਆਂ ਵੀ ਬਣੀਆਂ ਹੈ ਉਹ ਕਿਤੇ ਨਾ ਕਿਤੇ ਸਿਆਸੀ ਤੌਰ ਤੇ ਚੱਲ ਰਹੀਆਂ ਹਨ। ਜਲਦੀ ਹੀ ਉਹਨਾਂ ਵੱਲੋਂ ਆਸ ਕੀਤੀ ਜਾ ਰਹੀ ਹੈ ਕਿ ਲੋਕ ਉਹਨਾਂ ਦੇ ਨਾਲ ਜੁੜਨਗੇ, ਉਹਨਾਂ ਨੂੰ ਇਨਸਾਫ ਦੇ ਪਾਉਣਗੇ। ਕੈਮਰਾਮੈਨ ਅਰਸ਼ਦੀਪ ਨਾਲ ਜਗਤਾਰ ਸਿੰਘ ਮੱਲਾ, ਸਕਾਈ ਨਿਊਜ਼ ਪੰਜਾਬ, ਅੰਮ੍ਰਿਤਸਰ।